ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਕਰੰਟ ਅਫੇਅਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਖਬਰਾਂ ਦੇ ਉੱਤੇ ਕਰਦੇ ਹਾਂ ਤੇ ਅੱਜ ਦੀਆਂ ਕਿਹੜੀਆਂ ਖਬਰਾਂ ਨੇ ਤੇ ਉਹਨਾਂ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ ਅਸੀਂ ਜਾਣਾਂਗੇ ਸੀਨੀਅਰ ਪੱਤਰਕਾਰ ਸਰਦਾਰ ਜਸਪੀਰ ਸਿੰਘ ਪੱਟੀ ਹੋਰਾਂ ਦੇ ਕੋਲੋਂ। ਆਓ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਈਏ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਵੱਡੀ ਖਬਰ ਇਹ ਆ ਰਹੀ ਆ ਕਿ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ ਆਪਣੀ ਪੈਰੋਲ ਦੀ ਅਰਜੀ ਵਾਪਸ ਲੈ ਲਈ ਆ। ਅਰਜੀ ਵਾਪਸ ਲੈਣ ਦੇ ਕੀ ਕਾਰਨ ਸੀ? ਸਰਕਾਰ ਬੜੀ ਸਹਿਮਤ ਸੀ ਹਰਿਆਣਾ ਦੀ ਤੇ ਨਾਲ ਮੰਤਰੀ ਜਿਹੜੇ ਉੱਥੋਂ ਦੇ ਆ ਉਹ ਵੀ ਕਾਫੀ ਸਹਿਮਤ ਸੀਗੇ ਤੇ ਡੇਰਾ ਪ੍ਰੇਮੀ ਜਿਹੜੇ ਆ ਉਹ ਵੀ ਲੁੱਡੀਆਂ ਪਾ ਰਹੇ ਸੀਗੇ ਕਿ ਰਾਮ ਰਹੀਮ ਹੁਣ ਬਾਹਰ ਆਉਣ ਵਾਲਾ ਆ। ਪਰ ਕੀ ਕਾਰਨ ਰਹੇ ਇਹ ਅਰਜੀ ਵਾਪਸ ਜਿਹੜੀ ਆ ਲੈ ਲਈ ਗਈ ਆ? ਜਿਸ ਦਿਨ ਬਿੱਟੂ ਦੀ ਕਤਲ ਤੋਂ ਬਾਅਦ ਸੰਸਕਾਰ ਦੀ ਗੱਲ ਸੀ ਤਾਂ ਕਹਿੰਦੇ ਸੀ ਜੀ ਪਹਿਲਾਂ ਤੁਸੀਂ ਇਹਦੀ ਜਾਂਚ ਕਰੋ ਵੀ ਕਿਹੜੇ ਦੋਸ਼ੀ ਹੈਗੇ ਨੇ ਦੇ ਵਿੱਚ ਅਸੀਂ ਸੰਸਕਾਰ ਫੇਰ ਕਰਾਂਗੇ। ਤੇ ਜਦੋਂ ਉੱਥੇ ਖਬਰ ਮਿਲੀ ਉਹਨਾਂ ਨੂੰ ਵੀ ਸ਼ਾਇਦ ਬਾਬਾ ਜੀ ਬਾਹਰ ਆ ਜਾਣ ਪੈਰੋਲ ਦੇ ਉੱਤੇ ਤੇ ਸ਼ਾਮੀ 5:30 ਵਜੇ ਮੁੜ ਕੇ ਇਮੀਡੀਏਟਲੀ ਸੰਸਕਾਰ ਕਰਤਾ ਵੀ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਸੀ ਜਾਂਚ ਕਰਾਂਗੇ। ਉਹਦਾ ਕਾਰਨ ਇਹ ਨਹੀਂ ਸੀਗਾ। ਕਾਰਨ ਇਹ ਸੀ ਵੀ ਜਿਹੜੇ ਉਹਦੇ ਪੈਰੋਕਾਰ ਸੀ ਜਿਹੜੇ ਮੋਰਚਾ ਲਾ ਕੇ ਬੈਠੇ ਸੀ ਉਹਨਾਂ ਜਦੋਂ ਬਾਬੇ ਦੀ ਗੱਲ ਸੁਣੀ ਉਹ ਬਿੱਟੂ ਨੂੰ ਭੁੱਲ ਗਏ ਮੁੜ ਕੇ। ਪਰਿਵਾਰ ਵਾਲਿਆਂ ਨੇ ਸੋਚਿਆ ਵੀ ਜੇ ਕੱਲ੍ਹ ਨੂੰ ਬਾਬਾ ਬਾਹਰ ਆ ਜਾਂਦਾ ਵਾ ਜਾਂ ਪੈਰੋਲ ਮਨਜ਼ੂਰ ਹੋ ਜਾਂਦੀ ਹੈ ਤੇ ਲੋਕਾਂ ਸਿਰ ਤੋਂ ਚੱਲ ਜਾਣਾ ਵਾ, ਸਾਡੇ ਪੱਲੇ ਕੱਖ ਨਹੀਂ ਪੈਣਾ ਜੀ। ਤੇ ਫਿਰ ਉਹਨਾਂ ਸੰਸਕਾਰ ਕਰ ਦਿੱਤਾ। ਜਿਹੜੀ ਆਪਾਂ ਬਾਬੇ ਦੀ ਗੱਲ ਕਰਦੇ, ਬਾਬਾ ਸਿਰਸੇ ਵਾਲੇ ਬਾਬੇ ਰਾਮ ਰਹੀਮ ਦੀ ਗੱਲ ਕਰਦੇ ਆ, ਉਹਨੂੰ ਪੈਰੋਲ ਆਪਾਂ ਪਹਿਲਾਂ ਮੈਂ ਕਿਹਾ ਸੀ ਨਹੀਂ ਮਿਲ ਸਕਦੀ। ਅਸੀਂ ਅੱਜ ਹੀ ਉੱਥੇ ਖੜੇ ਸੋਸ਼ਲ ਮੀਡੀਆ ਤੇ ਬੜਾ ਲੋਕਾਂ ਨੇ ਰੌਲਾ ਪਾਇਆ, ਲੇਕਿਨ ਅਸੀਂ ਸਿੱਖ ਚੈਨਲ ਤੇ ਆਪਾਂ ਗੱਲ ਕੀਤੀ ਸੀ ਵੀ ਨਹੀਂ ਪੈਰੋਲ ਨਹੀਂ ਮਿਲ ਸਕਦੀ ਜੀ ਕਿ ਸਮਾਂ ਨਹੀਂ ਪੂਰਾ ਹੋਇਆ। ਪਹਿਲੀ ਗੱਲ ਤੇ ਇਹ ਆ ਵੀ ਪੈਰੋਲ ਉਦੋਂ ਮਿਲਦੀ ਆ ਜਦੋਂ ਬੰਦਾ ਆਪਣੀ ਸਜ਼ਾ ਦੇ 2 ਸਾਲ ਪੂਰੇ ਕਰ ਲੈਂਦਾ ਤੇ ਫਿਰ ਉੱਤੇ ਵਿਚਾਰ ਹੁੰਦੀ। ਵਿਚਾਰ ਹੋ ਕੇ ਡਿਸਟ੍ਰਿਕਟ ਮੈਜਿਸਟ੍ਰੇਟ ਸੰਬੰਧਿਤ ਐਸਐਸਪੀ ਜ਼ਿਲ੍ਹੇ ਦਾ ਜੀ, ਫਿਰ ਉਹ ਸਾਰੇ ਸੀਆਈਡੀ ਵਾਲੇ ਸਾਰੇ ਰਿਪੋਰਟ ਦਿੰਦੇ ਆ ਵੀ ਇਹਦੇ ਬਾਹਰ ਆਉਣ ਨਾਲ ਕੋਈ ਖਤਰਾ ਪੈਦਾ ਨਹੀਂ ਹੋ ਸਕਦਾ। ਇਹ ਤੇ ਚਲੋ ਸਰਕਾਰੀ ਮਾਮਲਾ ਸੀ ਤੇ ਸਰਕਾਰ ਚਾਹੁੰਦੀ ਸੀ ਬਾਬਾ ਬਾਹਰ ਆ ਜਾਵੇ ਜੀ, ਲੇਕਿਨ ਮੈਂ ਸੋਚਦਾ ਵੀ ਇਸ ਸਰਕਾਰ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਕੀਤੇ ਜੀ। ਪਹਿਲਾ ਨਿਸ਼ਾਨਾ ਇਹ ਕੀਤਾ ਵੀ ਵੇਖੋ ਜੀ ਅਸੀਂ ਤੁਹਾਨੂੰ ਪੈਰੋਲ ਤੇ ਬਾਹਰ ਲਿਆਉਣ ਲਈ ਤਿਆਰ ਪੈਰੋਲ ਤੇ ਲਾਤੀ ਅਸੀਂ ਜੀ। ਉਹਨਾਂ ਨੇ ਵੇਖਿਆ ਲੋਕਾਂ ਦੇ ਵਿੱਚ ਜਿਹੜੇ ਬਾਬੇ ਦੇ ਚੇਲੇ ਸੀ ਉਹਨਾਂ ਦੇ ਵਿੱਚ ਜਿਹੜੀ ਕਾਫੀ ਉਤਸ਼ਾਹ ਸੀਗਾ ਜੀ। ਆਮ ਲੋਕਾਂ 'ਚ ਰਿਜ਼ੈਂਟਮੈਂਟ ਸੀ ਜੀ। ਕਾਫੀ ਜਥੇਬੰਦੀਆਂ ਜਿਹੜੀਆਂ ਸੀ ਉਹ ਜਾ ਕੇ ਉੱਥੇ ਅਧਿਕਾਰੀ ਨੂੰ ਮਿਲੀਆਂ। ਕੱਲ੍ਹ ਵੀ ਸੱਸਾ ਦੇ ਕੁਝ ਲੋਕ ਜਿਹੜੇ ਸੀ ਜਾ ਕੇ ਡੀਸੀ ਨੂੰ ਮਿਲੇ ਜੀ, ਇਹਨੂੰ ਪੈਰੋਲ ਨਹੀਂ ਮਿਲਣੀ ਚਾਹੀਦੀ, ਜੇ ਬਾਹਰ ਆਇਆ ਤੇ ਹਾਲਾਤ ਖਰਾਬ ਹੋ ਸਕਦੇ। ਤੇ ਬਿਲਕੁਲ ਗੱਲ ਸੀ ਕਿ ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਹੈ ਹਿਊਮਨ ਰਾਈਟਸ ਵਕੀਲਾਂ ਨੇ ਪ੍ਰੈਸ ਕੀਤੀ ਹੈ ਚੰਡੀਗੜ੍ਹ ਦੇ ਵਿੱਚ, ਉਹਨਾਂ ਨੇ ਕੀਤੀ ਵੀ ਇਹਨੂੰ ਪੈਰੋਲ ਨਾ ਮਿਲੇ ਜੀ। ਖੈਰ ਜੇ ਸਰਕਾਰ ਨੇ ਦੇਣੀ ਤਾਂ ਉਹਨਾਂ ਨੇ ਇਹਦੀ ਪਰਵਾਹ ਨਹੀਂ ਕਰਨੀ ਜੀ, ਲੇਕਿਨ ਸਰਕਾਰ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਕੀਤੇ। ਪਹਿਲਾ ਨਿਸ਼ਾਨਾ ਇਹ ਕੀਤਾ ਵੀ ਅਸੀਂ ਤੁਹਾਨੂੰ ਪੈਰੋਲ ਦੇਣ ਦੇ ਹੱਕ 'ਚ ਅਤੇ ਤੁਹਾਨੂੰ ਬਾਹਰ ਲਿਆਉਣ ਦੇ ਹੱਕ 'ਚ ਲੇਕਿਨ ਕੁਛ ਲੋਕ ਰੌਲਾ ਪਾ ਰਹੇ ਆ। ਦੂਸਰੀ ਚੀਜ਼ ਉਹਨਾਂ ਨੇ ਉਹਦੇ ਪੈਰੋਕਾਰਾਂ 'ਚ ਇਹ ਗੱਲ ਪੇਸ਼ ਕਰਤੀ, ਪੈਰੋਕਾਰਾਂ ਨੂੰ ਕਹਿਤਾ ਵੀ ਅਸੀਂ ਤੁਹਾਡੇ ਹਮਦਰਦ ਹਾਂ ਜੀ, ਵੇਖੋ ਕਿੰਨੇ ਵੱਡੇ। ਮਤਲਬ ਉਹਨਾਂ ਨੇ ਆਪਣੀ ਵੋਟਾਂ ਲੈਣ ਦੀ ਰਣਨੀਤੀ ਪੂਰੀ ਕੀਤੀ ਜੀ। ਹੁਣ ਸਰਕਾਰ ਨੂੰ ਪਤਾ ਸੀਗਾ ਜੀ ਤੇ ਬਾਬੇ ਨੂੰ ਪਤਾ ਸੀ ਜੀ। ਪਹਿਲਾਂ ਬਾਬੇ ਦੇ ਵਕੀਲਾਂ ਨੇ ਜਦੋਂ ਪਤਾ ਸੀ ਵੀ ਪੈਰੋਲ ਦੀ ਅਰਜੀ ਜਿਹੜੀ 2 ਸਾਲ ਤੋਂ ਪਹਿਲਾਂ ਅਸੀਂ ਨਹੀਂ ਦੇ ਸਕਦੇ, ਕਿਉਂ ਦਿੱਤੀ? ਉਹਦਾ ਕਾਰਨ ਸਰਕਾਰ ਦੇ ਕਹਿਣ ਦਿੱਤੀ ਜੀ। ਸਰਕਾਰ ਨੇ ਉਹਨਾਂ ਨੂੰ ਕਿਹਾ ਤੁਸੀਂ ਐਪਲੀਕੇਸ਼ਨ ਦਿਓ, ਅਸੀਂ ਵੇਖਦੇ ਹਾਂ ਜੀ। ਕੋਈ ਜੱਜ ਨਹੀਂ ਬੋਲਿਆ ਉੱਥੇ, ਕੋਈ ਵਕੀਲ ਨਹੀਂ ਬੋਲਿਆ, ਕਿਸੇ ਨੇ ਕੀਤਾ ਜੀ। ਜਦੋਂ ਇਹ ਪਤਾ ਲੱਗਾ ਵੀ ਬਾਬੇ ਦੀ ਪੈਰੋਲ ਨੂੰ ਸਟਾਪ ਲੱਗ ਸਕਦਾ ਤੇ ਫਿਰ ਜਥੇਬੰਦੀਆਂ ਬੋਲਦੀਆਂ ਤੇ ਲੋਕ ਵੀ ਬੋਲਦੇ। 4 ਦਿਨ ਪਹਿਲਾਂ ਮੈਂ ਕਿਹਾ ਸੀ ਤੇ ਪੈਰੋਲ ਉਹਨਾਂ ਨੂੰ ਨਹੀਂ ਮਿਲੇਗੀ ਜੀ। ਬਾਬੇ ਦੀ ਜਾ ਕੇ ਅਗਸਤ 2017 ਦੇ ਵਿੱਚ ਬਾਬੇ ਨੂੰ ਜਿਹੜਾ ਸੀ 2 ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿੱਚ ਸਜ਼ਾ ਸੁਣਾਈ ਗਈ ਸੀ। ਉਸ ਤੋਂ ਬਾਅਦ ਜਨਵਰੀ 2018 ਦੇ ਵਿੱਚ ਜਿਹੜੀ ਸੀ ਉਹ ਛਤਰਪਤੀ ਕਤਲकांड ਵਿੱਚ ਜਿਹੜਾ ਸੀ ਪੱਤਰਕਾਰ ਰਾਮਚੰਦਰ ਛਤਰਪਤੀ ਉਹ 'ਚ ਸਜ਼ਾ ਹੋਈ ਜੀ। ਇਸ ਕਰਕੇ 2 ਸਜ਼ਾਵਾਂ ਭੁਗਤ ਰਿਹਾ ਤੇ 2-3 ਕੇਸ ਲਾਈਨ 'ਚ ਹੋਰ ਲੱਗੇ ਜਿਸ 'ਚ ਬਾਬੇ ਨੂੰ ਸਜ਼ਾ ਹੋਣੀ। ਹੁਣ ਸਰਕਾਰ ਇਹ ਚਾਹੁੰਦੀ ਹੈ, ਖੱਟਰ ਸਰਕਾਰ ਇਹ ਚਾਹੁੰਦੀ ਹੈ, ਬੀਜੇਪੀ ਇਹ ਚਾਹੁੰਦੀ ਵੀ ਬਾਬਾ ਬਾਹਰ ਆ ਜਾਵੇ, ਬਾਹਰ ਆ ਕੇ ਸਾਡੀਆਂ ਵੋਟਾਂ ਪੱਕੀਆਂ ਕਰ ਦੇਵੇ ਜੀ। ਲੇਕਿਨ ਪਤਾ ਉਹਨਾਂ ਨੂੰ ਵੀ ਆ। ਮੈਂ ਇਹ ਮਹਿਸੂਸ ਕਰਦਾ, ਅਸੀਂ ਕੀ ਗੱਲ ਕੀਤੀ ਸੀ ਵੀ ਬਾਬੇ ਨੂੰ ਵੀ ਹੁਣ ਬਾਹਰ ਨਹੀਂ ਜਾਣਗੇ,
ਬਾਬੇ ਨੂੰ ਜਾ ਕੇ ਅਗਸਤ ਸਤੰਬਰ 'ਚ ਬਾਹਰ ਲੈ ਕੇ ਆਉਣਗੇ ਜੇ ਲਿਆਂਦਾ ਤੇ ਜੀ ਜੇ ਲਿਆਂਦਾ ਤੇ ਸਰਕਾਰ ਬਣ ਸਰਕਾਰ ਬਣ ਜੂਗੀ 15 ਅਕਤੂਬਰ ਤੱਕ ਚੋਣ ਹੋ ਜਾਣੀ ਆ ਜੀ ਚੋਣ ਤੋਂ ਬਾਅਦ ਬਾਬਾ ਬੜੇ ਟੱਠੇ ਖੂਹ 'ਚ ਫਿਰ 5 ਸਾਲ ਕਿਸੇ ਨਹੀਂ ਪੁੱਛਣਾ ਜੀ ਇਸ ਕਰਕੇ ਬਾਬੇ ਨੇ ਚੰਗਾ ਕੀਤਾ ਵੀ ਆਪਣੀ ਪਰੌਲ ਦੀ ਅਰਜ਼ੀ ਵਾਪਸ ਲੈ ਲਈ ਆ ਉਹ ਕਿਸੇ ਦਾ ਹੱਥ ਚੁੱਕਾ ਨਾ ਬੜੀ ਚੰਗੀ ਗੱਲ ਆ ਜੀ ਨਾ ਉਹਨੂੰ ਕਿਸੇ ਬਾਹਰ ਕੱਢਣਾ 2 ਸਾਲ ਤੋਂ ਬਾਅਦ ਦੇ ਵਿੱਚ ਪਰੋਲ ਉਹਨੂੰ ਵੈਸੇ ਵੀ ਮਿਲ ਸਕਦੀ ਹੈ 2 ਸਾਲ ਤੋਂ ਬਾਅਦ ਪਰੌਲ ਮਿਲ ਸਕਦੀ ਆ ਜੇ ਕਿਤੇ ਡਿਸਟ੍ਰਿਕਟ ਮੈਜਿਸਟ੍ਰੇਟ ਇੰਨੀ ਗੱਲ ਕਵੇ ਲੇਕਿਨ ਤਹਿਸੀਲਦਾਰ ਨੇ ਜਿਹੜੀ ਰਿਪੋਰਟ ਦਿੱਤੀ ਆ ਉਹਨੇ ਕਿਹਾ ਵੀ ਇਹਦੇ ਆਉਣ ਨਾਲ ਬਾਹਰ ਆਉਣ ਨਾਲ ਜਿਹੜੇ ਹਾਲਾਤ ਖਰਾਬ ਹੋ ਸਕਦੇ ਆ ਤੇ ਜਿਹੜਾ ਬਾਬਾ ਬਹਾਨਾ ਬਣਾ ਰਿਹਾ ਵੀ ਮੈਂ ਜਾ ਕੇ ਖੇਤੀ ਕਰਨੀ ਆ ਤੇ ਸਰਸੇ ਦੇ ਡੇਰੇ ਦੀ ਜਿਹੜੀ ਆ ਉਹ 1200 ਏਕੜ ਜ਼ਮੀਨ ਆ ਜਿਹਦੇ ਵਿੱਚ 250 ਏਕੜ ਤੇ ਇਹਨਾਂ ਨੇ ਆਪਣੇ ਸਕੂਲ ਕਾਲਜ ਵਗੈਰਾ ਬਣਾਏ ਨੇ ਜੀ ਇਮਾਰਤਾਂ ਸਜਾਈਆਂ ਨੇ ਫੁੱਲ ਬੂਟੇ ਲਾਏ ਨੇ ਜੀ ਤੇ ਉਹਦੇ ਵਿੱਚ ਬਾਬਾ ਜਿਹੜਾ ਉਹ ਉੱਥੇ ਇੱਕ ਮਰਲਾ ਜ਼ਮੀਨ ਨਹੀਂ ਉਹਨਾਂ ਨੇ ਬੋਲਦੀ ਜੀ ਜੇ ਜ਼ਮੀਨ ਨਹੀਂ ਬੋਲਦੇ ਖੇਤੀਬਾੜੀ ਕਿੱਥੇ ਕਰਨੀ ਹੈ ਜੀ ਤੇ ਨਾਲੇ ਬਾਬੇ ਨੇ ਤੇ ਜ਼ਿੰਦਗੀ ਭਰ ਖੇਤੀ ਨਹੀਂ ਕੀਤੀ ਹੁਣ ਕਿੱਥੇ ਕਰਨੀ ਹੈ ਇਸ ਕਰਕੇ ਮੈਂ ਸੋਚਦਾ ਵੀ ਹੁਣ ਕੋਈ ਨਵਾਂ ਬਹਾਨਾ ਕਢਿਆ ਜਾਊਗਾ ਜੀ ਬਾਬੇ ਨੂੰ ਸ਼ਾਇਦ ਬਿਮਾਰ ਕੀਤਾ ਜਾਵੇ ਵੀ ਹਾਰਟ ਅਟੈਕ ਦੀ ਬਿਮਾਰੀ ਇਹਨੂੰ ਹਾਰਟ ਅਟੈਕ ਦੀ ਬਿਮਾਰੀ ਕਰਕੇ ਪਹਿਲਾਂ ਹਸਪੀਟਲ ਲੈ ਕੇ ਆਂਦਾ ਹੋਊਗਾ ਹਸਪੀਟਲ ਤੋਂ ਫਿਰ ਪਰੌਲ ਲਾ ਕੇ ਜਿਹੜੇ ਡੇਰੇ ਜਾਂਦਾ ਰਹੂਗਾ ਜੀ ਲੇਕਿਨ ਦੂਸਰੀ ਗੱਲ ਜਿਹੜੇ ਬੁੱਧੀਜੀਵੀ ਵਰਗ ਦੇ ਲੋਕ ਜੀ ਜਾਂ ਜਿਹੜੇ ਇਮਾਨਦਾਰ ਅਫਸਰ ਮਹਿਸੂਸ ਕਰਦੇ ਆ ਉਹ ਕਹਿੰਦੇ ਵੀ ਬਾਬਾ ਜੇ ਬਾਹਰ ਆ ਗਿਆ ਤੇ ਮੁੜ ਕੇ ਦੁਬਾਰਾ ਅੰਦਰ ਖੜਨਾ ਕਿਵੇਂ ਆ ਇਹ ਸਾਨੂੰ ਦੱਸਿਆ ਜਾਵੇ ਪਹਿਲਾਂ ਜੀ ਤੇ ਪਰ ਜਿਹੜੇ ਸਿਆਸੀ ਲੋਕ ਹੁੰਦੇ ਆ ਉਹਨਾਂ ਨੂੰ ਕੁਰਸੀ ਚਾਹੀਦੀ ਆ ਬਿਲਕੁਲ ਤੇ ਮੈਂ ਸੋਚਦਾ ਵੀ ਇਹਨੂੰ ਘਟੀਆ ਜਿਹੜੀ ਸੋਚ ਕੋਈ ਨਹੀਂ ਹੋ ਸਕਦੀ ਇੱਕ ਪਾਸੇ ਸੇਵਾ ਦੀ ਗੱਲ ਕਰਦੇ ਹੋ ਜੇ ਸੇਵਾ ਦੀ ਇਹ ਗੱਲ ਆ ਇਹੋ ਜੀ ਕੁਰਸੀ ਤੱਕ ਸਿਆਸਤ ਦਾ ਨੀਵਾਂ ਪੱਧਰ ਦੇਖਣ ਨੂੰ ਮਿਲਿਆ ਫਿਰ ਨੀਵਾਂ ਪੱਧਰ ਵੇਖਣ ਨੂੰ ਮਿਲਿਆ ਜੀ ਜੀ ਇਹ ਉਹਨਾਂ ਨੀਵਾਂ ਪੱਧਰ ਹੁੰਦਾ ਜੀ ਬਿਲਕੁਲ ਇਸ ਦੇ ਨਾਲ ਪੱਟੀ ਸਾਹਿਬ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦਾ ਆਪਸੀ ਵਾਦ ਵਿਵਾਦ ਸੁਲਝਣ ਦਾ ਨਾਮ ਜਿਹੜਾ ਨਹੀਂ ਲੈ ਰਿਹਾ ਤੇ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਉੱਤੇ ਹੈਵੀ ਹੋ ਰਹੇ ਆ ਇਸ ਦੇ ਉੱਤੇ ਕੀ ਟਿੱਪਣੀ ਕਰਨੀ ਚਾਹੋਗੇ ਸਿੱਧੂ ਸਾਹਿਬ ਮੈਂ ਸੋਚਦਾ ਵੀ ਗਲਤ ਸਮੇਂ ਤੇ ਗਲਤ ਡਿਸੀਜਨ ਤੇ ਗਲਤ ਕੋਈ ਨਾ ਕੋਈ ਜਿਹੜਾ ਮੋਰਚਾ ਖੋਲ ਬੈਠੇ ਜਦੋਂ ਆਪਣੀ ਤੁਪ ਛੋਟੀ ਹੋਵੇ ਨਾ ਅਗਲੇ ਪਾਸੇ ਤੁਪ ਵੱਡੀ ਹੋਵੇ ਜੀ ਤੇ ਸਾਨੂੰ ਵਹਿਮ ਹੋ ਜੇ ਵੀ ਨਹੀਂ ਸਾਡੀ ਤੁਪ ਜ਼ਿਆਦਾ ਕੰਮ ਕਰੇਗੀ ਉਹ ਵਹਿਮ ਦੇ ਵਿੱਚ ਬੰਦਾ ਬੜਾ ਵੱਡਾ ਨੁਕਸਾਨ ਕਰ ਦੇਣਾ ਜੀ ਹੁਣ ਸਿੱਧੂ ਦੇ ਮੂੰਹ 'ਚ ਕੋੜ ਕਿਰਲੀ ਆਈ ਹੈ ਜੀ ਕੈਪਟਨ ਵੀ ਸਿੱਧੂ ਜੀ ਤੇ ਉਵੇਂ ਸਿੱਧੂ ਜੀ ਤੇ ਦੋਵਾਂ ਨੇ ਆਪਣੀਆਂ ਵਿੱਚ ਤੋਪਾਂ ਸਿੱਧੀਆਂ ਕੀਤੀਆਂ ਇੱਕ ਦੂਜੇ ਨੂੰ ਜੀ ਉਹ ਕਹਿੰਦਾ ਮੈਂ ਨਹੀਂ ਝੁਕਣਾ ਉਹ ਕਹਿੰਦਾ ਮੈਂ ਨਹੀਂ ਝੁਕਣਾ ਜੀ ਸਿੱਧੂ ਦਾ ਜੇ ਪਿਛਲਾ ਵਿਹਾਰ ਵੇਖ ਲਈਏ ਜੀ ਵਾਕਿਆ ਉਹ ਝੁਕਿਆ ਨਹੀਂ ਜੀ ਜਦੋਂ ਜੇਤਲੀ ਨੂੰ ਪੰਜਾਬ ਦੇ ਵਿੱਚ 2014 ਟਿਕਟ ਦਿੱਤੀ ਗਈ ਸੀ ਅਕਾਲੀ ਲੈ ਕੇ ਆਏ ਸੀ ਵੀ ਤੁਸੀਂ ਇਲੈਕਸ਼ਨ ਲੜੋ ਸਿੱਧੂ ਨੂੰ ਟਿਕਟ ਨਾ ਦਿਓ ਜੀ ਸਿੱਧੂ ਨੂੰ ਜੇਤਲੀ ਨੇ ਕਿਹਾ ਸੀ ਵੀ ਸਿੱਧੂ ਸਾਹਿਬ ਮੈਂ ਇਲੈਕਸ਼ਨ ਲੜ ਰਿਹਾ ਕਹਿੰਦੇ ਤੁਸੀਂ ਮੇਰੇ ਬਾਪ ਹੋ ਤੁਸੀਂ ਮੇਰੇ ਸਿਆਸੀ ਗੁਰੂ ਜੀ ਆਇਆਂ ਨੂੰ ਜੀ ਤੁਸੀਂ ਇਲੈਕਸ਼ਨ ਲੜੋ ਲੇਕਿਨ ਮੈਂ ਅਕਾਲੀਆਂ ਦੇ ਨਾਲ ਪ੍ਰਚਾਰ ਨਹੀਂ ਕਰ ਸਕਦਾ ਤੇ ਦੂਜੇ ਪਾਸੇ ਅਕਾਲੀਆਂ ਨੇ ਕਿਹਾ ਵੀ ਜੇਤਲੀ ਸਾਹਿਬ ਚਿੰਤਾ ਨਾ ਕਰੋ ਤੁਸੀਂ ਆ ਜਾਓ ਕਾਗਜ਼ ਭਰ ਜੋ ਜਿਹੜੀਆਂ ਤੁਹਾਡਾ ਨਾ ਜਿੱਤ ਦਾ ਸਰਟੀਫਿਕੇਟ ਘਰ ਪਹੁੰਚ ਜੂਗਾ ਉਹ ਜਿੱਤ ਦਾ ਸਰਟੀਫਿਕੇਟ ਅੱਜ ਤੱਕ ਨਹੀਂ ਘਰ ਪੁੱਜਾ ਜੀ ਜੇਤਲੀ ਸਾਹਿਬ ਹਾਰ ਗਏ ਤੇ ਸਿੱਧੂ ਸਾਹਿਬ ਨੇ ਫਿਰ ਕਿਹਾ ਸੀ ਸਿੱਧੂ ਸਾਹਿਬ ਆਮ ਤੌਰ ਤੇ ਇਹ ਕਹਿੰਦੇ ਹੁੰਦੇ ਆ ਵੀ ਜੇ ਕੋਈ ਇੱਕ ਵਾਰੀ ਜਿੱਤਦਾ ਨਾ ਤੇ ਉਹ ਕਹਿ ਸਕਦੇ ਉਹਦਾ ਕੀ ਕਲਾਕਾਰੀ ਜਿੱਤੀ ਹੈ ਜੀ ਇਹ ਸੈਲੀਬ੍ਰਿਟੀ ਜਿੱਤਿਆ ਵਾ ਜੇ ਦੂਜੀ ਵਾਰੀ ਜਿੱਤਦਾ ਤਾਂ ਉਹਦਾ ਕੰਮ ਜਿੱਤਦਾ ਵਾ ਜੀ ਤੇ ਤੀਜੀ ਵਾਰੀ ਜਿੱਤਦਾ ਤਾਂ ਉਹਦਾ ਆਚਰਣ ਤੇ ਵਿਹਾਰ ਜਿੱਤਦਾ ਵਾ ਜੀ ਜੇ ਚੌਥੀ ਵਾਰੀ ਜਿੱਤਦਾ ਤਾਂ ਉਹਦਾ ਕਿਰਦਾਰ ਜਿੱਤਦਾ ਤੇ ਮੈਂ 4 ਇਲੈਕਸ਼ਨ ਜਿੱਤੀਆਂ ਜੀ ਮੇਰੇ ਮੁਕਾਬਲੇ ਦੱਸੇ ਸੀ ਕਿ 4 ਲੱਖ ਤਾਂ ਇਲੈਕਸ਼ਨ ਜਿੱਤੀਆਂ ਤੇ ਜੀ ਲੋਕ ਮੈਨੂੰ ਪਿਆਰ ਕਰਦੇ ਆ ਮੈਂ ਲੋਕਾਂ ਦੇ ਕੰਮ ਕਰਦਾ ਮੈਂ ਲੋਕਾਂ ਦੇ ਵਿੱਚ ਵਿਚਰਦਾ ਵਾ ਜੀ ਨਾਲ ਇਹ ਵੀ ਗੱਲ ਕਹਿੰਦੇ ਆ ਉਹ ਕਹਿੰਦੇ ਆ ਵੀ ਅਸੂਲੋਂ ਪੇ ਆ ਜਾਏ ਤੇ ਟਕਰਾਣਾ ਜ਼ਰੂਰੀ ਹੈ ਜੀ ਤੇ ਜਿੰਦਾ ਹੋ ਤੇ ਜਿੰਦਾ ਆਣਾ ਜ਼ਰੂਰੀ ਹੈ ਜੀ ਹੁਣ ਵੇਖਣਾ ਵੀ ਸਿੱਧੂ ਸਾਹਿਬ ਜਿਹੜਾ ਇਹ ਬੋਲਦੇ ਹੁੰਦੇ ਆ ਵੀ ਜਿੰਦਾ ਹੋ ਜਿੰਦਾ ਆਣਾ ਜ਼ਰੂਰੀ ਹੈ ਇਹ ਹੁਣ ਜਿੰਦਾ ਰਹਿੰਦੇ ਆ ਕਿ ਮੁਰਦਾ ਬਣਦੇ ਆ ਤੇ ਮੈਨੂੰ ਇੰਝ ਲੱਗਦਾ ਵੀ ਸ਼ਾਇਦ ਸਿੱਧੂ ਸਾਹਿਬ ਜਿਹੜਾ ਉਹ ਬਿਆਨ ਸਿੰਘ ਵਾਲਾ ਮਾਮਲਾ ਦਰਿਆ ਦੇਣ ਬਿਨਾਂ ਮਹਿਕਮੇ ਤੋਂ ਮੰਤਰੀ ਬਣ ਜਾਣ ਜੀ ਉਹ ਕਹਿਣ ਜੀ ਮੈਂ ਮਹਿਕਮਾ ਲੈਂਦੇ ਨਹੀਂ ਛੱਡੋ ਖੜਾ ਤੁਸੀਂ ਜੋ ਵੀ ਹੈਗਾ ਤੇ ਮੈਂ ਆਪਣਾ ਕੰਮ ਕਰੂ ਤੁਸੀਂ ਆਪਣਾ ਕੰਮ ਕਰੋ ਜੀ ਲੇਕਿਨ ਬਿਨਾਂ ਮਹਿਕਮੇ ਤੋਂ ਮੰਤਰੀ ਬਣ ਕੇ ਉਹ ਹਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਆ ਜੀ ਚਾਲ ਜਿਹੜਾ ਉਹਦਾ ਕੰਮ ਹੋਊਗਾ ਜਿਹੜੇ ਉਹਦੇ ਫੈਸਲੇ ਦੇ ਉੱਤੇ ਟੀਕਾ ਟਿੱਪਣੀ ਕਰੂਗਾ ਜੀ ਤਾਂ ਕਿ ਉਹ ਵੀ ਨੀਵਾਂ ਦਿਖਾ ਸਕੇ ਜੀ ਮਤਲਬ ਮੈਂ ਜੇ ਇਹ ਗੱਲ ਕਹਿ ਦਈਏ ਵੀ ਕੈਪਟਨ ਸਾਹਿਬ ਨੇ ਆਪਣੇ ਦੁਸ਼ਮਣਾਂ 'ਚ ਘਟਾਉਣ ਦੀ ਬਜਾਏ ਆਪਣੇ ਦੁਸ਼ਮਣਾਂ 'ਚ ਵਾਧਾ ਕਰ ਲਿਆ ਜੀ ਜਿਹੜੇ ਉਹਦੀ ਸਿਰਦਰਦੀ ਪੈਦਾ ਕਰ ਸਕਦੇ ਆ ਤੇ ਵੀ ਸਿੱਧੂ ਵਰਗੇ ਸੈਲੀਬ੍ਰਿਟੀ ਇਹਦੇ ਬਹੁਤ ਜਿਹੜੀ ਸਿਰਦਰਦੀ ਪੈਦਾ ਕਰ ਸਕਦੇ ਜੀ
ਇਸ ਦੇ ਨਾਲ ਹੀ ਗੱਲ ਕਰੀਏ ਤਾਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਆਮੋ ਸਾਹਮਣੇ ਆ, ਉੱਥੇ ਹੀ ਸਹਿਕਾਰਤਾ ਮੰਤਰੀ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਬੀਰ ਬਾਦਲ ਦੇ ਵਿੱਚ ਵੀ ਕਾਫੀ ਜ਼ਿਆਦਾ ਇੱਕ ਦੂਜੇ ਨੂੰ ਬਿਆਨਬਾਜ਼ੀ ਜਿਹੜੀ ਆ ਕੀਤੀ ਜਾ ਰਹੀ ਆ। ਸੁਖਬੀਰ ਬਾਦਲ ਦਾ ਪਿਛਲੇ ਦਿਨੀ ਬਿਆਨ ਆਇਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਸੁਖਜਿੰਦਰ ਰੰਧਾਵਾ ਤੋਂ ਅਸਤੀਫਾ ਲੈ ਲੈਣ ਜੋ ਕੁਝ ਜੇਲ੍ਹਾਂ ਦੇ ਵਿੱਚ ਹੋ ਰਿਹਾ ਆ, ਪਰ ਉਸ ਦਾ ਜਵਾਬ ਜਿਹੜਾ ਚੰਗੀ ਤਸੱਲੀ ਦੇ ਨਾਲ ਦਿੰਦਿਆਂ ਹੋਇਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਜਿਹੜਾ ਆ ਜੇਲ੍ਹ ਮੈਨੂਅਲ ਪੜ੍ਹ ਲਵੇ, ਜਿਸ ਦੇ ਵਿੱਚ ਕੁਝ ਧਾਰਾਵਾਂ ਦੇ ਤਹਿਤ ਇਹ ਦੱਸਿਆ ਗਿਆ ਆ ਕਿ ਜੇਕਰ ਜੇਲ੍ਹ ਦੇ ਵਿੱਚ ਕੋਈ ਅਣਸੁਖਾਵੀ ਘਟਨਾ ਵਾਪਰਦੀ ਆ ਤਾਂ ਜੇਲ੍ਹ ਦੇ ਜਿਹੜੇ ਅਧਿਕਾਰੀ ਨੇ ਜਾਂ ਜੇਲ੍ਹ ਦੇ ਵਿੱਚ ਜਿਹੜੀ ਪੁਲਿਸ ਆ ਉਹ ਉੱਥੇ ਗੋਲੀ ਦਾ ਇਸਤੇਮਾਲ ਕਰ ਸਕਦੀ ਆ। ਸੋ ਨਾਲ ਹੀ ਉਹਨਾਂ ਨੇ ਅੰਕੜੇ ਵੀ ਗਿਣਾਏ ਆ ਕਿ ਬਾਦਲ ਸਰਕਾਰ ਜਦੋਂ ਸੀਗੀ, ਅਕਾਲੀ ਦਲ ਦੀ ਸਰਕਾਰ 10 ਸਾਲ ਰਹੀ ਹੈ, ਉਸ ਦੇ ਵਿੱਚ ਕਿੱਥੇ ਕਿੱਥੇ ਕਦੋਂ ਕਦੋਂ ਕਿਹੜੇ ਸਾਲ ਕਿਹੜੀ ਤਰੀਕ ਨੂੰ ਕਿੱਥੇ ਜੇਲ੍ਹਾਂ ਦੇ ਵਿੱਚ ਜਿਹੜੀ ਹਫੜਾ ਦਫੜੀ ਮੱਚੀ ਸੀਗੀ। ਸੋ ਇਹ ਚੀਜ਼ਾਂ ਕਹਿ ਕੇ ਇੱਕ ਤਗੜਾ ਜਵਾਬ ਜਿਹੜਾ ਸੁਖਬੀਰ ਬਾਦਲ ਨੂੰ ਦਿੱਤਾ ਉਹਨਾਂ ਨੇ। ਇਹ ਜਿੱਥੋਂ ਤੱਕ ਵਿਰੋਧੀ ਧਿਰ ਦੀ ਗੱਲ ਹੈ ਜੀ, ਵਿਰੋਧੀ ਧਿਰ ਦਾ ਇੱਕ ਫਰਜ਼ ਬਣਦਾ ਹੁੰਦਾ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਜੀ, ਬੇਸ਼ੱਕ ਆਪਣੀ ਪੀੜ੍ਹੀ ਤੋਂ ਛੁੱਟਾ ਨਾ ਫੇਰਨ, ਆਪਣੀ ਗੱਲ ਕਰਦੇ। ਤੇ ਸੁਖਬੀਰ ਸਿੰਘ ਬਾਦਲ ਤੇ ਵੈਸੇ ਵੀ ਜਿਹੜੀ ਉਹ ਸਵੇਰ ਦਾ ਖਾਣਾ ਖਾਧਾ ਸ਼ਾਮ ਦੀ ਤਾਂ ਭੁੱਲ ਜਾਂਦਾ ਕਿ ਸਵੇਰੇ ਕੀ ਖਾਧਾ ਸੀ ਮੈਂ, ਤੇ ਉਹ ਆਮ ਹੀ ਆਪਣੀਆਂ ਮਾਰ ਜਾਂਦੇ ਆ ਜੀ। ਜਦੋਂ ਮੁਕਤਸਰ ਮਾਘੀ ਦੇ ਮੇਲੇ ਉੱਤੇ ਸਟੇਜ ਤੋਂ ਬੋਲਦਿਆਂ ਉਹਨਾਂ ਕਹਿ ਦਿੱਤਾ ਸੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੇਰੇ ਬਾਪ ਸਮਾਨ ਜੀ। ਤੇ ਜਦੋਂ ਬਾਦਲ ਸਾਹਿਬ ਦੀ ਵਾਰੀ ਆਈ ਸੀ ਉਹਨਾਂ ਕਿਹਾ ਸੀ ਕਾਕਾ ਮੈਂ ਤੇਰੇ ਬਾਪ ਸਮਾਨ ਨਹੀਂ, ਤੇਰਾ ਬਾਪ ਆ ਜੀ। ਤੇ ਜਿਹੜਾ ਇੱਥੋਂ ਤੱਕ ਬੰਦਾ ਭੁੱਲ ਜਾਂਦਾ ਉਹਦੀ ਕਿਹੜੀ ਗੱਲ ਆ। ਇਸ ਕਰਕੇ ਰੰਧਾਵਾ ਸਾਹਿਬ ਨੂੰ ਇਹਦੀ ਪੇਨ ਨਹੀਂ ਲੈਣੀ ਚਾਹੀਦੀ ਕੋਈ। ਉਹਨਾਂ ਨੇ ਚਿੱਠੀ ਲਿਖੀ ਆ, ਚੰਗੀ ਗੱਲ ਆ, ਜਵਾਬ ਦਿੱਤਾ। ਰੰਧਾਵਾ ਸਾਹਿਬ ਵੀ ਥੋੜੇ ਜਿਹੇ ਹਾਈਪਰ ਹੋ ਜਾਂਦੇ ਆ, ਥੋੜੇ ਨਹੀਂ ਬਹੁਤ ਹਾਈਪਰ ਹੋ ਜਾਂਦੇ ਆ। ਵੈਸੇ ਤੇ ਮੈਂ ਜੇ ਗੱਲ ਕਹੂੰਗਾ, ਦੋ ਗੱਲਾਂ ਜੋੜਦਾ ਮੈਂ। ਜਿਸ ਕਾਂਗਰਸ ਪਾਰਟੀ ਦੇ ਰੰਧਾਵਾ ਸਾਹਿਬ ਮੈਂਬਰ ਨੇ ਜੀ, ਜਿਸ ਕਾਂਗਰਸ ਪਾਰਟੀ ਦੇ ਉਹ ਐਮਐਲਏ ਨੇ, ਜਿਸ ਕਾਂਗਰਸ ਪਾਰਟੀ ਦੇ ਉਹ ਮੰਤਰੀ ਨੇ ਜੀ, ਉਹਨਾਂ ਨੂੰ ਸਬਕ ਜਿਹੜਾ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਸਿੱਖਣਾ ਚਾਹੀਦਾ। ਦੋ ਘਟਨਾਵਾਂ ਨੇ ਲਾਲ ਬਹਾਦਰ ਸ਼ਾਸਤਰੀ ਦੇ ਟਾਈਮ ਦੀਆਂ ਜੀ। ਪਹਿਲੀ ਘਟਨਾ ਤੇ ਇਹ ਵੀ ਜਦੋਂ ਉਹ ਰੇਲਵੇ ਮਿਨਿਸਟਰ ਸਨ ਜੀ, ਇੱਕ ਐਕਸੀਡੈਂਟ ਹੋ ਗਿਆ ਤੇ ਉਹਨਾਂ ਰਿਜ਼ਾਈਨ ਕਰਤਾ ਵੀ ਮੈਂ ਫਿੱਟ ਨਹੀਂ ਹੈਗਾ ਜੀ। ਉਸ ਟਾਈਮ ਤੇ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸੀ, ਉਹਨਾਂ ਕਿਹਾ ਸ਼ਾਸਤਰੀ ਜੀ ਕੋਈ ਗੱਲ ਨਹੀਂ, ਐਕਸੀਡੈਂਟ ਤੁਸੀਂ ਥੋੜ੍ਹੀ ਕੀਤਾ। ਕਹਿੰਦੇ ਨੋ, ਇਹ ਮੇਰੀ ਨੈਤਿਕ ਰਿਸਪੌਂਸਿਬਿਲਿਟੀ ਬਣਦੀ ਵੀ ਆਪਾਂ ਉਹਦਾ ਛੱਡਾਂ ਜੀ। ਫੋਰਨ ਕੰਟਰੀ ਜੇ ਕਿਤੇ ਇਹ ਗੱਲ ਹੁੰਦੀ ਤੇ ਮੇਰੇ ਖਿਆਲ ਲੋਕਾਂ ਨੇ ਮੰਤਰੀ ਦੀ ਆਪਣੀ ਐਮਐਲਏਸ਼ਿਪ ਤੋਂ ਅਸਤੀਫਾ ਦੇ ਦੇਣਾ ਸੀ ਵੀ ਮੈਂ ਕਾਬਲ ਨਹੀਂ ਆਦੀ। ਲੇਕਿਨ ਇੱਥੇ ਦਸੂੜੇ ਦੀ ਗਿੱਟ ਵਾਂਗੂ ਚੰਬੜੇ ਹੁੰਦੇ, ਭਾਵੇਂ ਸੁਖਬੀਰ ਬਾਦਲ ਹੋਵੇ ਭਾਵੇਂ ਰੰਧਾਵਾ ਹੋਵੇ ਜੀ, ਤੇ ਇਹ ਅਸਤੀਫਾ ਤਾਂ ਕੀ ਦੇਣਾ ਵਾ ਜੀ। ਇਹ ਤਾਂ ਆਪਣੀ ਗੱਲ ਦਾ ਸਪਸ਼ਟੀਕਰਨ ਸਹੀ ਨਹੀਂ ਦੇ ਸਕਦੇ ਜੀ। ਦੂਸਰੀ ਘਟਨਾ, ਜਦੋਂ ਪ੍ਰਧਾਨ ਮੰਤਰੀ ਸਨ ਸ਼ਾਸਤਰੀ ਜੀ ਜੀ, ਤੇ ਇੱਕ ਗਰੀਬ ਬੱਚਾ ਸੀ ਤੇ ਸਟੱਡੀ ਕਰ ਰਿਹਾ ਸੀ, ਉਹਦੇ ਕੋਲ ਫੀਸ ਦੇਣ ਜੋਗੇ ਪੈਸੇ ਨਹੀਂ, ਕਿਤਾਬਾਂ ਖਰੀਦਣ ਜੋਗੇ ਪੈਸੇ ਨਹੀਂ ਸੀ। 50 ਰੁਪਏ ਸੀ ਕਿੰਨੇ ਫੀਸ ਸੀ ਉਦੋਂ। ਤੇ ਉਹਨਾਂ ਦਿਨਾਂ ਦੇ ਵਿੱਚ ਸ਼ਾਸਤਰੀ ਸਾਹਿਬ ਦੀ 50 ਰੁਪਏ ਤਨਖਾਹ ਸੀ ਸਿਰਫ ਜੀ। ਤੇ ਕਿਸੇ ਨੇ ਕਹਿਤਾ ਤੂੰ ਪ੍ਰਧਾਨ ਮੰਤਰੀ ਦੇ ਘਰ ਚੱਲ ਜਾ, ਤੇਰੀ ਉਹ ਫੀਸ ਦੇ ਦੇਣਗੇ। ਉਹ ਬੱਚਾ ਜਿਹੜਾ ਪ੍ਰਧਾਨ ਮੰਤਰੀ ਦੇ ਘਰ ਗਿਆ, ਪ੍ਰਧਾਨ ਮੰਤਰੀ ਦਾ ਮਿਲਿਆ ਨਾ, ਉਹਨਾਂ ਦੀ ਵਾਈਫ ਮਿਲੀ। ਉਦੋਂ ਇੰਨੀ ਸਿਕਿਉਰਿਟੀ ਨਹੀਂ ਹੁੰਦੀ ਜੀ, ਕੋਈ ਪ੍ਰੋਬਲਮ ਨਹੀਂ ਸੀ ਹੈਗੀ। ਜਦੋਂ ਵਾਈਫ ਮਿਲੀ, ਉਹਨੇ ਉਹਦੀ ਵਾਈਫ ਨੂੰ ਕਿਹਾ ਮਾਤਾ ਜੀ ਇਹ ਚੀਜ਼ ਹੈ, ਮੈਂ ਪੜ੍ਹਨਾ ਚਾਹੁੰਦਾ, ਇਹ ਮੇਰੇ ਨੰਬਰ ਆ, ਮੇਰੀ ਸਭ ਕੁਛ ਹੈਗਾ, ਤੇ ਮੈਨੂੰ ਫੀਸ ਚਾਹੀਦੀ, ਮੇਰੀ ਫੀਸ ਨਹੀਂ ਦੇ ਸਕਦਾ। ਉਹਨੇ ਕਿਹਾ ਬੱਚੇ ਕਿੰਨੀ ਫੀਸ? ਕਹਿੰਦੀ 50 ਰੁਪਏ। 50 ਰੁਪਏ ਦੇ ਦਿੱਤੇ। ਸ਼ਾਮੀ ਸ਼ਾਸਤਰੀ ਜੀ ਜਦੋਂ ਆਏ ਤੇ ਅਗਲੇ ਦਿਨ ਅਖਬਾਰਾਂ ਛਪ ਗਈਆਂ ਇਹ ਪ੍ਰਧਾਨ ਮੰਤਰੀ ਨੇ ਇੱਕ ਗਰੀਬ ਬੱਚੇ ਦੀ ਮਦਦ ਕੀਤੀ ਹੈ। ਉਹ ਕਹਿੰਦਾ ਮੈਂ ਤੇ ਕੀਤੀ ਨਹੀਂ। ਉਹਨਾਂ ਆਪਣੀ ਵਾਈਫ ਨੂੰ ਪੁੱਛਿਆ ਕਿ ਸਾਡੇ ਘਰ ਦਾ 50 ਰੁਪਏ ਖਰਚਾ ਵਾ, ਤੂੰ ਪੈਸੇ ਕਿੱਥੋਂ ਲੈ ਦਿੱਤੇ ਉਹਨੇ? ਉਹ ਕਹਿੰਦੀ ਨਹੀਂ, ਮੈਂ ਆਪਣੇ ਖਰਚੇ ਦੇ ਵਿੱਚੋਂ 50 ਦੇ ਵਿੱਚੋਂ 1 ਰੁਪਇਆ ਬਚਾਉਂਦੀ ਸੀ ਮਹੀਨੇ ਦਾ। ਤੇ ਉਹ ਜਿਹੜੇ 50 ਜੋੜੇ ਸੀ, ਉਹ ਬੱਚਾ ਆਇਆ ਤੇ ਉਹਨੂੰ ਮੈਂ ਦੇ ਦਿੱਤੇ। ਉਹਨਾਂ ਉਸ ਵੇਲੇ ਲਿਖ ਕੇ ਦਿੱਤਾ ਵੀ ਮੇਰੇ ਘਰ ਦਾ ਖਰਚਾ 49 ਰੁਪਏ ਤੇ ਮੈਨੂੰ 49 ਦਿੱਤੇ ਜਾਣ, 50 ਦਿੱਤੇ ਜਾਣ। ਦੂਸਰੀ ਚੀਜ਼, ਅਨਿਲ ਸ਼ਾਸਤਰੀ ਜਿਹੜਾ ਬੇਟਾ ਉਹਨਾਂ ਦਾ ਜੀ, ਉਹਨੇ ਆਪ ਨੂੰ ਗੱਲ ਦੱਸੀ। ਉਹ ਕਹਿੰਦਾ ਜੀ ਮੈਂ ਪ੍ਰਧਾਨ ਮੰਤਰੀ ਸਨ ਆਪਣੇ ਮੇਰੇ ਫਾਦਰ, ਤੇ ਮੈਂ ਉਹਨਾਂ ਦੇ ਪੀਏ ਨੂੰ ਕਿਹਾ ਵੀ ਲਾਇਸੈਂਸ ਬਣਾਉਣਾ। ਜਦੋਂ ਇਹ ਦੁਪਹਿਰੇ ਘਰ ਦੇ ਸੌਂ ਜਾਂਦੇ ਸੀ ਤੇ ਉਹਦੀ ਗੱਡੀ ਬਾਹਰ ਖੜੀ ਹੁੰਦੀ ਸੀ, ਮੈਂ ਉੱਥੇ ਲੌਨ ਦੇ ਵਿੱਚ ਘੁਮਾ ਕੇ ਗੱਡੀ ਸਿੱਖਦੀ। ਤੇ ਇਹਨਾਂ ਦੇ ਪੀਏ ਨੂੰ ਮੈਂ ਕਹਿਤਾ ਵੀ ਲਾਇਸੈਂਸ ਬਣਾਉਣਾ ਇੱਕ। ਤੇ ਉਹ ਕਹਿੰਦਾ ਕੋਈ ਗੱਲ ਨਹੀਂ, 2 ਫੋਟੋ ਦੇ ਦੇ ਬਣਾਉਣ। ਕਹਿੰਦਾ ਜੀ ਕੋਈ ਟਰਾਇਲ ਨਹੀਂ, ਕੋਈ ਗੱਲ ਨਹੀਂ, ਮੈਂ 2 ਫੋਟੋ ਦਿੱਤੀਆਂ ਤੇ ਲਾਇਸੈਂਸ ਬਣ ਕੇ ਮੇਰੇ ਕੋਲ ਘਰ ਆ ਗਿਆ ਜੀ।
ਤੇ ਮੈਂ ਆਪਣੇ ਫਾਦਰ ਨੂੰ ਦੱਸਿਆ ਵੀ ਡੈਡੀ ਮੈਂ ਆਪਣਾ ਲਾਇਸੈਂਸ ਬਣਾ ਲਿਆ। ਕਹਿੰਦੇ ਬੜੀ ਖੁਸ਼ੀ ਦੀ ਗੱਲ, ਕਿਵੇਂ ਬਣਾਇਆ? ਉਹ ਚੰਗੀ ਗੱਲ ਲਾਇਸੈਂਸ ਬਣਾਇਆ ਤੂੰ ਆਪਣੇ? ਉਹ ਕਹਿੰਦਾ ਜੀ ਮੈਂ ਤਾਂ ਕੁਛ ਨਹੀਂ ਕੀਤਾ, ਮੈਂ ਤੁਹਾਡਾ ਪੀਏ ਸੀ, ਉਹਨੂੰ ਕਿਹਾ ਸੀ, ਤੈਨੂੰ ਮੈਂ 2 ਫੋਟੋ ਦੇਤੀਆਂ, ਤੂੰ ਲਾਇਸੈਂਸ ਬਣਾ ਦਿੱਤਾ। ਕਹਿੰਦਾ ਸ਼ਾਸਤਰੀ ਜੀ ਪੂਰੀ ਗੰਭੀਰ ਹੋ ਗਈ, ਉਸੇ ਗੰਭੀਰ ਹੋ ਗਈ। ਕਹਿੰਦਾ ਤੂੰ ਕਾਨੂੰਨ ਤੋੜਿਆ। ਇਸ ਘਰ ਦੇ ਵਿੱਚ ਕਾਨੂੰਨ ਬਣਾਏ ਜਾਂਦੇ, ਤੋੜੇ ਨਹੀਂ ਜਾਂਦੇ। ਤੂੰ ਕਾਨੂੰਨ ਤੋੜਿਆ, ਗਲਤ ਕੀਤਾ, ਤੇਰਾ ਲਾਇਸੈਂਸ ਅੱਜ ਹੀ ਰੱਦ ਕਰਾਉਂਗਾ। ਤੇ ਨਾਲ ਪੀਏ ਦੀ ਖਿਚਾਈ ਕੀਤੀ ਵੀ ਤੂੰ ਲਾਇਸੈਂਸ ਬਣਾ ਦੋ। ਇਸ ਕਰਕੇ ਉਹ ਅਸੂਲ ਸੀ। ਰੰਧਾਵਾ ਸਾਹਿਬ ਆਪਣੇ ਅਸੂਲਾਂ ਤੇ ਚੱਲਦੇ ਤੇ ਵਾਕਿਆ ਜਿਹੜੀਆਂ ਘਟਨਾਵਾਂ ਇਸ ਵੇਲੇ ਜਿਹੜੀਆਂ ਜੇਲ੍ਹਾਂ 'ਚ ਹੋਈਆਂ ਨੇ, ਇਹਨਾਂ ਨੂੰ ਅਸਤੀਫਾ ਦੇਣਾ ਬਣਦਾ ਸੀ। ਭਾਵੇਂ ਕੈਪਟਨ ਸਾਹਿਬ ਮਨਜ਼ੂਰ ਕਰਦੇ ਤਾਂ ਕਰਦੇ, ਇੱਕ ਵਾਰੀ ਹਿੰਮਤ ਤੇ ਕਰਦੇ ਕਿ ਮੈਂ ਆਪਣੇ ਉੱਤੇ ਅਸਤੀਫਾ ਦਿੰਦਾ ਜੀ। ਲੋਕਾਂ ਦੀ ਚਰਚਾ ਜਾਂਦੀ ਵੀ ਰੰਧਾਵਾ ਸਾਹਿਬ ਨੇ ਵਧੀਆ ਕੀਤਾ ਜੀ। ਇਸ ਕਰਕੇ ਰੰਧਾਵਾ ਸਾਹਿਬ ਜੇ ਤੁਸੀਂ ਸਿਆਸਤ ਕਰਨੀ ਆ ਤੇ ਆਪਣੇ ਲੀਡਰ ਤੋਂ, ਲਾਲ ਬਹਾਦਰ ਸ਼ਾਸਤਰੀ ਜੀ ਤੋਂ ਸਿੱਖੋ ਕਿ ਲੀਡਰੀ ਕੀ ਹੁੰਦੀ ਹੈ, ਲੋਕ ਸੇਵਾ ਕੀ ਹੁੰਦੀ ਹੈ। ਸੁਖਬੀਰ ਬਾਦਲ ਦਾ ਬਿਆਨ ਦੇਣ ਦੀ, ਜਵਾਬ ਦੇਣ ਦੀ ਲੋੜ ਕੋਈ ਨਹੀਂ। ਜਿਹੜਾ ਆਪਣੇ ਬਾਪ ਨੂੰ ਕਹਿੰਦਾ ਬਾਪ ਸਮਾਨ, ਤੇ ਬਾਕੀ ਕੀ ਰਹਿ ਗਿਆ? ਇਸ ਕਰਕੇ ਚਿੱਠੀ ਤਾਂ ਜਿਹੜੀ ਕਾਫੀ ਸਖਤ ਲਿਖੀ ਆ, ਉਹਨਾਂ ਨੇ ਬੜੀਆਂ ਦਲੀਲਾਂ ਦਿੱਤੀਆਂ ਵਿੱਚ, ਉਹਨਾਂ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਵੀ ਲਿਖੀਆਂ ਮੈਨੂੰ, ਕਿ ਵੀਰ ਜੀ ਦਾ ਇੱਕ ਦੁਆ ਉਹ ਵੀ ਲਿਖਿਆ ਉਹਨਾਂ ਨੇ। ਇਸ ਕਰਕੇ ਰੰਧਾਵਾ ਸਾਹਿਬ ਸੁਖਬੀਰ ਨੇ ਠੀਕ ਕਿਹਾ, ਲੇਕਿਨ ਤੁਸੀਂ ਜਵਾਬ ਠੀਕ ਦਿੱਤਾ ਵਾ। ਲੇਕਿਨ ਅਸੂਲ ਇਹ ਕਹਿੰਦੇ ਆ ਵੀ ਤੁਸੀਂ ਕਿਹਾ ਸੀ ਜੇਲ੍ਹਾਂ ਅਸੀਂ ਬਣਾ ਦਿਆਂਗੇ, ਬੜੀਆਂ ਸੁਧਾਰ ਦਿਆਂਗੇ, ਉਹ ਕਰ ਦਿਆਂਗੇ, ਜੇ ਕਰ ਦਿਆਂਗੇ, ਕੈਮਰੇ ਲਾ ਦਿਆਂਗੇ, ਇੱਥੇ ਨੈਤਿਕਤਾ ਪਾਠ ਪੜ੍ਹਾਇਆ ਜਾਊਗਾ। ਜੇ ਜੇਲ੍ਹਾਂ 'ਚ ਇਹੋ ਕੁਝ ਹੋਣਾ ਤੇ ਫਿਰ ਤੁਹਾਡੀ ਲੋੜ ਹੀ ਨਹੀਂ ਹੈਗੀ, ਜਿੱਦਾਂ ਚੱਲਣਾ ਚੱਲੀ ਜਾਣ ਦਿਓ। ਤੇ ਆਪਣੇ ਲੀਡਰ ਤੋਂ ਲਾਲ ਬਹਾਦਰ ਸ਼ਾਸਤਰੀ ਸਿੱਖੋ ਵੀ ਲੀਡਰੀ ਕਿਵੇਂ ਕਰਨੀ ਆ ਤੇ ਕਿਵੇਂ ਕੰਮ ਕਰਨਾ, ਉਹਦੇ ਕੋਲ ਸਿੱਖੋ ਜੀ। ਭੱਟੀ ਸਾਹਿਬ, ਘੱਟ ਗਿਣਤੀਆਂ ਦੇ ਉੱਤੇ ਆਏ ਦਿਨ ਤਸ਼ੱਦਦ ਜਿਹੜੇ ਹੁੰਦੇ ਰਹਿੰਦੇ ਆ, ਲੀਡਰ ਜਿਹੜੇ ਆ ਉਹ ਵੱਖ-ਵੱਖ ਤਰ੍ਹਾਂ ਦੇ ਬਿਆਨ ਦਿੰਦੇ ਰਹਿੰਦੇ ਆ। ਇੱਕ ਵਿਅਕਤੀ ਜਿਹੜਾ ਭਾਜਪਾ ਨਾਲ ਸੰਬੰਧਿਤ ਸੀਗਾ, ਉਸਨੇ ਮੁਸਲਮਾਨ ਔਰਤਾਂ ਦੇ ਨਾਲ ਗੈਂਗ ਰੇਪ ਕਰਨ ਦੀ ਗੱਲ ਜਿਹੜੀ ਆ ਉਹ ਕੀਤੀ ਤੇ ਉਸ ਨੂੰ ਭਾਜਪਾ ਤੋਂ ਉਸਦੀ ਛਾਂਟੀ ਕਰ ਦਿੱਤੀ ਗਈ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਅਜਿਹਾ ਘਲਾਉਣਾ ਬਿਆਨ ਜਿਹੜਾ ਉਹ ਦੇਣਾ ਕਿਸੇ ਅਜਿਹੇ ਵਿਅਕਤੀ ਵਾਸਤੇ ਜਿਹੜੀ ਸੱਤਾ ਦੇ ਵਿੱਚ ਪਾਰਟੀ ਇਸ ਵੇਲੇ ਹੈਗੀ ਆ ਉਸ ਨਾਲ ਸੰਬੰਧਿਤ ਉਹ ਵਿਅਕਤੀ ਸੀਗਾ। ਬੜੇ ਅਫਸੋਸ ਦੀ ਗੱਲ ਹੈ ਜੀ। ਤੁਹਾਨੂੰ ਪਤਾ ਹੋਊਗਾ ਜੀ ਵੀ ਜਦੋਂ ਜਿਹੜੀ ਇਹਨਾਂ ਦੀ ਸਾਧਵੀ ਆ ਜੀ, ਮੰਤਰੀ ਦੀ ਪਿਛਲੀ ਵਾਰੀ, ਨਾਮ ਨੂੰ ਭੁੱਲ ਗਿਆ ਪੂਰਾ ਜੀ, ਉਹਨੇ ਦਿੱਲੀ 'ਚ ਇੱਕ ਸਪੀਚ ਕਰਦੇ ਕੀ ਕਿਹਾ ਸੀ ਜੀ, ਜਿਹੜੇ ਤੇ ਸਾਡੇ ਆਖੇ ਲੱਗਣਗੇ ਉਹ ਰਾਮਜ਼ਾਦੇ ਜੀ, ਜਿਹੜੇ ਨਹੀਂ ਲੱਗਣਗੇ ਉਹ ਰਾਮਜ਼ਾਦੇ ਜੀ। ਇੱਕ ਲੀਡਰ ਨੂੰ ਸੁਪਾ ਦਿੰਦੇ ਸਟੇਜ ਤੇ ਬੋਲ ਰਹੇ। ਇਸੇ ਤਰ੍ਹਾਂ ਇਹ ਸੁਨੀਤਾ ਹੈਗੀ ਆ ਉਹਦੀ ਪ੍ਰਧਾਨ ਭਾਜਪਾ ਦੀ, ਮਹਿਲਾ ਵਿੰਗ ਦੀ, ਯੂਪੀ ਦੀ ਜੀ, ਉਹਨੇ ਓਪਨਲੀ ਆਪਣੇ ਟਵਿੱਟਰ ਤੇ ਪਾਇਆ ਜੀ, ਮੈਂ ਹਿੰਦੂ ਮੁੰਡਿਆਂ ਨੂੰ ਤੇ ਕਹਿੰਦੀ ਆ ਵੀ ਜਿੰਨੀਆਂ ਵੀ ਔਰਤਾਂ ਤੇ ਕੁੜੀਆਂ ਹੈਗੀਆਂ ਮੁਸਲਮਾਨਾਂ ਨੂੰ ਰੇਪ ਕਰੋ ਜੀ, ਵੱਧ ਤੋਂ ਵੱਧ ਰੇਪ ਕਰੋ ਇਹਨਾਂ, ਤਾਂ ਕਿ ਇਹਨੂੰ ਪਤਾ ਲੱਗ ਸਕੇ ਵੀ ਕਿਸੇ ਰਹਿੰਦੇ ਅਸੀਂ। ਉਹ ਜਦੋਂ ਰੌਲਾ ਪਿਆ ਉਹਨੇ ਆਪਣਾ ਜਿਹੜਾ ਮੈਸੇਜ ਤੇ ਡਿਲੀਟ ਕਰ ਦਿੱਤਾ। ਲੇਕਿਨ ਭਾਜਪਾ ਨੇ ਹੁਣ ਕਹਿ ਦਿੱਤਾ ਸੀ, ਜਿਹੜੀ ਭਾਜਪਾ ਦੀ ਕੌਮੀ ਪ੍ਰਧਾਨ ਆ ਇਹਨਾਂ ਦੀ ਵਿਜੇ ਆਰਾ, ਉਹਨੇ ਕਹਿ ਦਿੱਤਾ ਵੀ ਅਸੀਂ ਉਹਨੂੰ ਆਪਣੀ ਪਾਰਟੀ 'ਚੋਂ ਕੱਢ ਦਿੱਤਾ। ਲੇਕਿਨ ਕੱਢਿਆ ਕੀ ਹੁੰਦਾ ਵਾ, ਮਹੀਨੇ ਬਾਅਦ 6 ਮਹੀਨੇ ਬਾਅਦ ਫਿਰ ਆਜੋ ਕੋਈ ਗੱਲ ਨਹੀਂ, ਰਾਹ ਖੁੱਲੇ ਤੁਹਾਡੇ ਵਾਸਤੇ। ਬਿਲਕੁਲ, ਜੇ ਸਾਧਵੀ ਪ੍ਰਤੀਗਿਆ ਵਰਗੇ ਭਾਜਪਾ 'ਚ ਆ ਸਕਦੇ, ਬਾਕੀ ਕੀ ਰਹਿ ਗਿਆ? ਅੱਜ ਤੱਕ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਕੋਈ ਅੱਤਵਾਦੀ ਨਹੀਂ ਸੀ ਗਿਆ। ਪਹਿਲੀ ਵਾਰੀ ਅੱਤਵਾਦੀਆਂ ਗਤੀਵਿਧੀਆਂ ਦੇ ਵਿੱਚ ਜਿਹੜੀ ਦੋਸ਼ੀ ਠਹਿਰਾਈ ਗਈ ਹੈ, ਜਿਹੜੀ ਜਾਂ ਕੇਸ ਚੱਲਦਾ ਵਾ ਅੱਜ ਵੀ ਵਿਚਾਰਧੀਨ ਆ ਜੀ, ਉਹ ਪਾਰਲੀਮੈਂਟ 'ਚ ਬੈਠੀ ਹੈ ਜੀ। ਇਸ ਕਰਕੇ ਭਾਜਪਾ ਨੂੰ ਚਾਹੀਦਾ ਵੀ ਇੱਥੇ ਸਖਤੀ ਵਰਤੀ ਜਾਵੇ, ਇਹੋ ਜਿਹੀ ਬਿਆਨਬਾਜ਼ੀ ਨਾ ਕੀਤੀ ਜਾਵੇ, ਮਿਨੋਰਟੀ ਦੀ ਰਾਖੀ ਕੀਤੀ ਜਾਵੇ ਜੀ। ਜੇ ਕਿਤੇ ਮਿਨੋਰਟੀ ਦੇ ਦੂਜੇ ਤਬਕਿਆਂ ਨੇ ਮੁਸਲਮਾਨਾਂ ਦਾ ਸਾਥ ਨਾ ਦਿੱਤਾ ਜੀ ਤੇ ਕੱਲ ਨੂੰ ਉਹਨਾਂ ਦੀ ਵਾਰੀ ਆ ਸਕਦੀ ਜੀ। ਜਰਮਨ ਦੇ ਵਿੱਚ ਜਦੋਂ ਅਟੈਕ ਕੀਤਾ, ਹਿਟਲਰ ਨੇ ਮਾਰੇ, ਯਹੂਦੀ ਮਾਰਨੇ ਸ਼ੁਰੂ ਕਰ ਦਿੱਤੇ। ਇੱਕ ਕਵੀ ਕਹਿੰਦਾ ਜੀ ਵੀ ਉਹਨੇ ਯਹੂਦੀ ਮਾਰਨੇ ਸ਼ੁਰੂ ਕਰ ਦਿੱਤੇ, ਮੈਂ ਕਿਹਾ ਮੈਂ ਕੀ ਲੈਣਾ, ਮੈਂ ਯਹੂਦੀ ਨਹੀਂ। ਮੁੜ ਕੇ ਉਹਨੇ ਡੈਮੋਕ੍ਰੇਟਿਕ ਮਾਰੇ, ਉਹਨੇ ਕਿਹਾ ਮੈਂ ਕੀ ਲੈਣਾ, ਤੇ ਮੈਂ ਡੈਮੋਕ੍ਰੇਟਿਕ ਨਹੀਂ। ਮੁੜ ਕੇ ਉਹਨੇ ਸੋਸ਼ਲਿਸਟ ਮਾਰਤੇ, ਉਹ ਕਹਿੰਦਾ ਜੀ ਮੈਂ ਕਿਹਾ ਮੈਂ ਸੋਸ਼ਲਿਸਟ ਨਹੀਂ, ਮੈਂ ਕੀ ਲੈਣਾ ਤੋਂ। ਅਖੀਰ ਤੇ ਕੀ ਹੋਇਆ, ਉਹ ਕਹਿੰਦਾ ਜਦੋਂ ਮੇਰੀ ਵਾਰੀ ਆਈ ਉਦੋਂ ਮੈਂ ਇਕੱਲਾ ਰਹਿ ਗਿਆ, ਮੇਰੇ ਨਾਲ ਕੋਈ ਬੋਲਣ ਵਾਲਾ ਨਹੀਂ ਸੀ, ਮੇਰੀ ਕੋਈ ਹਮਾਇਤ ਕਰਨ ਵਾਲਾ ਸੀ ਜੀ। ਇਸ ਕਰਕੇ ਜਿੱਥੇ ਵੀ ਮਿਨੋਰਟੀ ਨਾਲ ਕਿਤੇ ਜ਼ਿਆਦਤੀ ਹੁੰਦੀ ਆ, ਸਾਰੀਆਂ ਮਿਨੋਰਟੀਆਂ ਨੂੰ ਇਕੱਠੇ ਹੋ ਕੇ ਉਹਦੀ ਮਦਦ ਕਰਨੀ ਚਾਹੀਦੀ ਆ, ਉਹਦੀ ਕੰਡੈਮ ਕਰਨੀ, ਉਹਦੇ ਨਾਲ ਕੀ ਹੋ ਰਹੀ ਹੈ। ਜੇ ਕਰਨਗੇ ਤੇ ਮਿਨੋਰਟੀ ਹਿੰਦੁਸਤਾਨ ਤਦ ਬਚਣਗੀਆਂ, ਨਹੀਂ ਤੇ ਮਿਨੋਰਟੀ ਤੇ ਹਰ ਧਿਰ ਨੂੰ ਖਤਰਾ ਹੈ ਜੀ। ਸੋ ਬਿਲਕੁਲ ਇਸ ਨਾਲ ਭੱਟੀ ਸਾਹਿਬ, ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ
ਸਮਾਗਮ ਜਿਹੜੇ ਆ ਉਹ ਆਰੰਭ ਹੋਣੇ ਆ ਨਵੰਬਰ ਦੇ ਵਿੱਚ। ਕਰਤਾਰਪੁਰ ਸਾਹਿਬ ਲਾਂਘਾ ਵੀ ਬਣ ਰਿਹਾ ਆ। ਕੱਲ੍ਹ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹ ਸਾਂਝੇ ਤੌਰ ਦੇ ਉੱਤੇ ਜਿਹੜੇ ਆ ਉਹ ਪਹੁੰਚੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ। ਉਹਨਾਂ ਨੂੰ ਇੱਕ ਸੱਦਾ ਪੱਤਰ ਦੇ ਕੇ ਆਏ ਆ ਕਿ ਤੁਸੀਂ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਹੋਣਾ। 12 ਨਵੰਬਰ ਨੂੰ ਉਹਨਾਂ ਨੇ ਇਹਨਾਂ ਨੂੰ ਹਾਂ ਵੀ ਕੀਤੀ ਆ ਕਿ ਅਸੀਂ ਜ਼ਰੂਰ ਸ਼ਾਮਲ ਹੋਵਾਂਗੇ, ਪਰ ਕੁਝ ਹਿਊਮਨ ਰਾਈਟਸ ਜਿਹੜੀਆਂ ਜਥੇਬੰਦੀਆਂ ਨੇ ਉਹ ਇਸ ਚੀਜ਼ ਦਾ ਵਿਰੋਧ ਕਰ ਰਹੀਆਂ ਨੇ। ਇਸ ਦੇ ਪਿੱਛੇ ਕੀ ਕਾਰਨ ਆ? ਜਦੋਂ ਖਾਲਸਾ ਦੀ ਤੀਸਰੀ ਸ਼ਤਾਬਦੀ ਮਨਾਈ ਗਈ ਸੀ ਜੀ 1999 ਦੇ ਵਿੱਚ ਜੀ, ਉਦੋਂ ਵੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਨੰਦਪੁਰ ਸਾਹਿਬ ਦੇ ਸਮਾਗਮ 'ਚ ਆਏ ਸੀ। ਉਹਨਾਂ ਮੇਰੇ ਖਿਆਲ 100 ਕਰੋੜ ਰੁਪਈਆ ਉਦੋਂ ਗ੍ਰਾਂਟ ਵੀ ਦਿੱਤੀ ਸੀ ਇਹਦੇ ਵਾਸਤੇ ਜੀ। ਦੂਜੇ ਪਾਸੇ ਜਦੋਂ 2006 ਦੇ ਵਿੱਚ ਮਨਾਈ ਗਈ ਹੈ ਆਪਣੇ ਦੇ ਸ਼ਹੀਦੀ ਪੁਰਬ ਸ਼ਤਾਬਦੀ ਮਨਾਈ ਗਈ ਤਰਨਤਾਰਨ ਜੀ ਗੁਰੂ ਦੇ ਪਾਤਸ਼ਾਹ ਦੀ, ਉਦੋਂ ਵੀ ਸਾਰੇ ਲੀਡਰ ਆਏ ਸੀ। ਸੁਸ਼ਮਾ ਸਵਰਾਜ ਵੀ ਆਈ ਸੀ ਜੀ, ਜਿਹਦੇ ਵਿੱਚ ਉਹਨਾਂ ਕਹਿਤਾ ਸੀ ਚੰਦੂ ਦਾ ਕੋਈ ਕਸੂਰ ਨਹੀਂ ਸੀ ਜੀ ਜੀ, ਸਟੇਜ ਤੋਂ ਕਿਹਾ ਸੀ। ਇਹ ਚੰਗੀ ਗੱਲ, ਅਸੀਂ ਇਹ ਕਹਿੰਦੇ ਵੀ ਚੰਗੀ ਗੱਲ ਹੈ ਵੀ ਜਿਹੜੀ 4 ਦਿਨ ਪਹਿਲਾਂ ਪੰਜਾਬ ਕਾਂਗਰਸ ਦੇ 3 ਮੰਤਰੀ ਜਿਹੜੇ ਆ ਜਥੇਦਾਰ ਨੂੰ ਮਿਲ ਕੇ ਆਏ ਅਕਾਲ ਤਖਤ ਨੂੰ ਵੀ ਅਸੀਂ ਸਾਂਝੇ ਰੂਪ 'ਚ ਮਨਾਉਣ ਲਈ ਤਿਆਰ ਹਾਂ। ਜਥੇਦਾਰ ਨੇ ਕਹਿਤਾ ਵੀ ਗੁਰਦੁਆਰਿਆਂ ਦੇ ਅੰਦਰਲੇ ਪ੍ਰਬੰਧ ਸ਼੍ਰੋਮਣੀ ਕਮੇਟੀ ਕਰੀ ਤੇ ਬਾਹਰ ਪੰਜਾਬ ਸਰਕਾਰ ਕਰੇਗੀ, ਅਸੀਂ ਰਲ ਕੇ ਮਨਾਵਾਂਗੇ ਜੀ। ਤੇ ਜੇ ਕਿਤੇ ਭਾਜਪਾ ਵਾਲੇ ਵੀ ਨਾਲ ਰਲ ਜਾਂਦੇ ਤੇ ਚੰਗੀ ਗੱਲ, ਸਾਂਝੇ ਰੂਪ 'ਚ ਮਨਾਇਆ ਜਾਵੇ ਜੀ। ਲੇਕਿਨ ਹਿਊਮਨ ਰਾਈਟਸ ਜਥੇਬੰਦੀਆਂ ਦਾ ਇਹ ਕਹਿਣਾ ਵਾ ਇਹ ਤਿੰਨੇ ਸਿੱਖਾਂ ਦੇ ਕਾਤਲ ਨੇ ਜੀ। ਸਾਕਾ ਨੀਲਾ ਤਾਰਾ ਕਾਂਗਰਸ ਨੇ ਕੀਤਾ ਤੇ ਬੀਜੇਪੀ ਨੇ ਸਪੋਰਟ ਕੀਤੀ ਜੀ। ਸਪੋਰਟ ਹੀ ਨਹੀਂ ਕੀਤੀ, ਸਾਕਾ ਨੀਲਾ ਤਾਰਾ ਦੇ ਕਤਲੇਆਮ ਤੋਂ ਬਾਅਦ ਇੰਦਰਾ ਗਾਂਧੀ ਨੂੰ ਪਾਰਲੀਮੈਂਟ ਦੇ ਵਿੱਚ ਦੁਰਗਾ ਦਾ ਖਿਤਾਬ ਵੀ ਦਿੱਤਾ। ਜੇ ਅਕਾਲੀਆਂ ਦੀ ਗੱਲ ਕਰਦੇ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸਿੱਖਾਂ ਦੇ ਬੜੇ ਕਤਲ ਕੀਤੇ ਜੀ। ਪਿਛਲੀ ਘਟਨਾ ਛੱਡੋ, ਤੁਸੀਂ ਇੱਕ ਘਟਨਾ ਲੈ ਲਓ ਜਿਹੜੀ ਬੇਅਦਬੀ ਦੀ ਘਟਨਾ ਜਿੱਥੇ 2 ਲੋਕ ਮਾਰ ਦਿੱਤੇ ਗਏ ਜੀ ਤੇ ਬਾਕੀ ਫਟਲ ਕਰ ਦਿੱਤੇ ਗਏ ਜੀ। ਇਸ ਕਰਕੇ ਹਿਊਮਨ ਰਾਈਟਸ ਜਥੇਬੰਦੀਆਂ ਜਿਹੜੀਆਂ ਲੋਕ ਇਨਸਾਫ ਪਾਰਟੀ ਵਿੱਚ ਸ਼ਾਇਦ ਹੈਗੇ ਮਨੁੱਖੀ ਅਧਿਕਾਰਾਂ ਦੀ ਹੈਗੀਆਂ ਵਾ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਜੀ, ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਇਹ ਕਮੇਟੀ, ਇਹ ਸਾਰੀਆਂ ਕਹਿ ਰਹੀਆਂ ਵੀ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਜੀ। ਉਸ ਬਾਬੇ ਨਾਨਕ ਦਾ ਜਿਹਨੇ ਤੇ ਏਕਤਾ ਦੀ ਗੱਲ ਕੀਤੀ, ਜਿਹਨੇ ਤੇ ਕਿਤੇ ਬਾਬਰ ਨੂੰ ਜਾਬਰ ਕਹਿ ਕੇ ਜਿਹੜਾ ਸੀ ਉਹਦੀ ਮਨੁੱਖਤਾ ਦੀ ਜਿਹੜੀ ਕਹਾਣ ਹੁੰਦਾ ਸੀ ਉਹਨੂੰ ਬਚਾਇਆ। ਤੇ ਜੇ ਇਹ ਕਹਾਣ ਕਰਨ ਲਈ ਮਨਾਉਂਦੀਆਂ ਤੇ ਫਿਰ ਅਸੀਂ ਕਿੱਥੇ ਖੜੇ ਆ? ਉਹਨਾਂ ਕਹਿੰਦੇ ਨੂੰ ਕੋਈ ਅਧਿਕਾਰ ਨਹੀਂ। ਪਰ ਮੈਂ ਇਹ ਗੱਲ ਕਹੂੰਗਾ ਵੀ ਇਹ ਚੰਗੀ ਪ੍ਰਕਿਰਿਆ ਵਾ, ਸਾਰੀਆਂ ਇਕੱਠੇ ਹੁੰਦੀਆਂ ਵਾ। ਸਾਨੂੰ ਵੀ ਪਿਛਲਾ ਕੁਝ ਥੋੜ੍ਹਾ ਬਹੁਤਾ ਭੁੱਲ ਭੁਲਾ ਕੇ ਕਮਾਈ ਤੇ ਇਕੱਠੇ ਹੋ ਕੇ ਜੇ ਕੀਤਾ ਜਾਵੇ ਇਹ ਕਾਜ ਤੇ ਬਾਬੇ ਨਾਨਕ ਦਾ ਸਾਂਝਾ ਕਾਰਜ ਹੈ ਜੀ। ਬਾਬਾ ਨਾਨਕ ਜਿਹੜਾ ਇਕੱਲਾ ਸਿੱਖਾਂ ਦਾ ਰਹਿਬਰ ਨਹੀਂ ਸੀਗਾ ਜੀ, ਉਹ ਹਰ ਧਰਮ ਤੇ ਹਰ ਜਾਤ ਦਾ ਰਹਿਬਰ ਸੀਗਾ। ਮੁਸਲਮਾਨ ਪੀਰ ਮੰਨਦੇ ਉਹਨੂੰ, ਜਿਵੇਂ ਸਿਆਲਕੋਟ ਦੇ ਵਿੱਚ ਉਹਨੇ ਇੱਕ ਗੁਰਦੁਆਰਾ ਹੋਰ ਖੋਲ੍ਹ ਦਿੱਤਾ ਵਾ ਜੀ। ਉਹ ਮੋਮਨਾ ਜਿਹੜੀ ਉੱਥੇ MNA ਹੈਗੀ ਆ ਜੀ, ਤਾਂ ਉਹ ਕਹਿੰਦੀ ਮੈਂ ਹੀ ਬਾਬੇ ਨਾਨਕ ਕਰਕੇ ਆ। ਉਹ ਕਹਿੰਦੀ ਮੈਂ ਬਾਬੇ ਨਾਨਕ ਦੇ ਦਰਬਾਰ 'ਚ ਕਰਤਾਰਪੁਰ ਜਾ ਕੇ ਜਦੋਂ ਆਉਂਦੀ ਮੈਂ ਅਰਦਾਸ ਕਰਕੇ ਆਉਣੀ ਵੀ ਚੜ੍ਹਦੀ ਕਲਾ ਦੀ ਕਰਕੇ ਆਉਣੀ, ਉੱਥੇ ਮੈਂ ਅਰਦਾਸ ਕੀਤੀ ਮੈਂ MNA ਬਣ ਗਈ। ਇਸ ਕਰਕੇ ਬਾਬੇ ਨਾਨਕ ਦੇ ਜਿਹੜੇ ਪੈਰੋਕਾਰ ਨੇ, ਜੇ ਸਿੱਖਾਂ ਦੀ ਗਿਣਤੀ ਜਿਹੜੀ ਆ 3 ਕਰੋੜ ਆ ਤੇ 15 ਕਰੋੜ ਬਾਬੇ ਨਾਨਕ ਦੇ ਪੈਰੋਕਾਰ ਹੈਗੇ ਨੇ ਵੱਖ-ਵੱਖ ਧਰਮਾਂ ਸੰਬੰਧੀ ਜੀ। ਭੱਟੀ ਸਾਹਿਬ, ਆਖਰੀ ਸਵਾਲ, ਅਟਾਰੀ ਬਾਰਡਰ ਦੇ ਉੱਤੇ 532 ਕਿਲੋ ਹੈਰੋਇਨ ਜਿਹੜੀ ਆ ਉਹ ਫੜੀ ਜਾਂਦੀ ਆ, ਉਸ ਤੋਂ ਬਾਅਦ ਦੇ ਵਿੱਚ ਸਖਤੀ ਕੀਤੀ ਜਾਂਦੀ ਆ। ਇਹ ਵੀ ਸਾਹਮਣੇ ਆ ਰਿਹਾ ਕਿ ਇੱਥੇ ਫੁੱਲ ਬੋਡੀ ਸਕੈਨਰ ਵੀ ਨਹੀਂ ਹੈਗਾ ਭਾਰਤ ਵਾਲੇ ਪਾਸੇ, ਪਾਕਿਸਤਾਨ ਵਾਲੇ ਪਾਸੇ ਜ਼ਰੂਰ ਹੈਗਾ ਆ, ਪਰ ਇਹ ਕਿਹਾ ਜਾਂਦਾ ਕਿ ਮਿਲੀ ਭੁਗਤ ਨਾਲ ਸਮਾਨ ਇੱਧਰ ਆਉਂਦਾ ਆ। ਪਰ ਇਹ ਤਾਂ ਫਿਰ ਹੋ ਗਿਆ ਨਾ ਕਿ ਅੰਦਾਜ਼ੇ ਦੇ ਨਾਲ ਹੀ ਜੇਕਰ ਚੀਜ਼ ਕੋਈ ਫੜੀ ਗਈ ਤਾਂ ਫੜੀ ਗਈ, ਨਹੀਂ ਤਾਂ ਫਿਰ ਲੰਘ ਗਈ। ਜਿਹੜੀ ਗੱਲ ਤੁਸੀਂ ਸਕੈਨਰ ਦੀ ਗੱਲ ਕੀਤੀ ਆ, ਇਹ ਮੈਂ ਸੋਚਦਾ ਵੀ ਸਰਕਾਰ ਜੇ ਇੰਨੇ ਪੈਸੇ ਖਰਚ ਕਰਕੇ ਉੱਥੇ ਇਹ ਪੋਸਟ ਬਣਾ ਸਕਦੀ ਹੈ, ਇੰਟੈਗਰੇਟ ਚੈੱਕ ਪੋਸਟ ਬਣਾ ਸਕਦੀ ਆ ਜੀ, ਤਾਂ ਸਕੈਨਰ ਲਾਉਣ ਦਾ ਕੋਈ ਵੱਡੀ ਗੱਲ ਨਹੀਂ ਹੈਗੀ। ਇਹ ਆਫੀਸ਼ੀਅਲੀ ਮੇਰੇ ਖਿਆਲ ਨਾਲ ਗੜਬੜ ਕਰ ਰਹੇ ਕਿਤੇ, ਜਿਹੜਾ ਨਹੀਂ ਕੋਸ਼ਿਸ਼ ਕਰ ਰਹੇ ਜੀ। ਲੇਕਿਨ ਮੈਂ ਇਹ ਗੱਲ ਕਹੂੰਗਾ ਵੀ 2001 ਦੇ ਵਿੱਚ ਜੋ ਤਾਲਿਬਾਨ ਸਰਕਾਰ ਸੀ ਅਫਗਾਨਿਸਤਾਨ ਦੇ ਵਿੱਚ, ਉਹਨਾਂ ਨੇ ਉੱਥੇ ਫੀਮ ਦੀ ਖੇਤੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ। ਲੇਕਿਨ ਨਸ਼ੇ ਆਉਣ ਦੀਆਂ ਗੱਲਾਂ ਫਿਰ ਵੀ ਰਹੀਆਂ। ਉਹ ਕਿੱਥੋਂ ਆਉਂਦਾ ਸੀ? ਹੋਰ ਮੁਸਲਿਮ ਕੰਟਰੀ ਬੜੇ ਹੈਗੇ। ਲੇਕਿਨ ਜਦੋਂ ਉਹਨਾਂ ਦੀ ਤਾਲਿਬਾਨ ਦੀ ਸਰਕਾਰ ਖਤਮ ਹੋ ਗਈ ਤੇ ਉੱਥੇ ਫੀਮ ਦੀ ਖੇਤੀ ਫਿਰ ਹੋਣ ਲੱਗ ਪਈ। ਅੱਜ 3,28,000 ਹੈਕਟੇਅਰ ਦੇ ਵਿੱਚ ਫੀਮ ਦੀ ਖੇਤੀ ਕੀਤੀ ਜਾਂਦੀ ਹੈ ਅਫਗਾਨਿਸਤਾਨ ਦੇ ਵਿੱਚ। ਉਹਦੇ ਵਿੱਚੋਂ ਫਿਰ ਹੈਰੋਇਨ ਤੇ ਮਾਰਫੀਨ ਸਭ ਕੁਝ ਬਣਦੇ ਉਹਦੇ ਤੋਂ ਜੀ, ਤੇ ਉਹਦੇ ਵਿੱਚ 8% ਜਿਹੜਾ 8ਵਾਂ ਹਿੱਸਾ ਵਾ ਉਹ ਇੰਡੀਆ ਨੂੰ ਸਮਗਲ ਹੁੰਦਾ। ਇਹ ਜਿਹੜੀ ਖੇਪ ਆਈ ਆ, ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਆ ਜੀ, ਸਭ ਤੋਂ ਵੱਡੀ ਖੇਪ ਆ।
1995 ਕਿ 96 ਦੀ ਗੱਲ ਜਦੋਂ ਤਰਨਤਾਰਨ ਦੇ ਐਸਐਸਪੀ ਸਰਦਾਰ ਇਕਬਾਲ ਸਿੰਘ ਲਾਲਪੁਰਾ ਹੁੰਦੇ ਸੀ, ਉਹਨਾਂ ਨੇ ਇੱਕ ਮਾਨਕਪੁਰੇ ਪਿੰਡ ਦੇ ਵਿੱਚੋਂ 84 ਕਿਲੋ ਹੀਰਨ ਇੱਕ ਜਗ੍ਹਾ ਫੜੀ ਸੀ ਜੀ। ਇੱਕ ਬੰਦਾ ਵੀ ਅਰੈਸਟ ਕੀਤਾ ਸੀ ਔਰ ਉਹ ਐਡੀ ਵੱਡੀ ਖੇਪ ਸੀ ਵੀ ਅੱਜ ਤੱਕ ਉਹਦੇ ਮੁਕਾਬਲੇ ਕੋਈ ਖੇਪ ਫੜੀ ਨਹੀਂ ਗਈ ਕਿਤੋਂ। ਇਹ ਪਹਿਲੀ ਖੇਪ ਆ। ਇਹ ਫੜੀ ਕਿਉਂ ਗਈ ਜੀ? ਫੜੀ ਇਸ ਕਰਕੇ ਗਈ ਵੀ ਜਦੋਂ ਲੂਣ ਮੰਗਾਇਆ ਗਿਆ, ਪਹਿਲੀ ਗੱਲ ਤੇ 200% ਡਿਊਟੀ ਜੇ ਲੂਣ ਤੇ ਮੰਗਾਉਂਦੇ ਤੇ ਬਹੁਤ ਮਹਿੰਗਾ ਪੈਂਦਾ, ਤੇ ਇਹਦਾ ਮਤਲਬ ਕਿਤੇ ਗੜਬੜ ਹੈਗੀ ਹੈ। ਦੂਸਰੀ ਚੀਜ਼, ਜਿੰਨਾ ਬੋਰੀਆਂ ਦੇ ਵਿੱਚ ਹੈਰੋਇਨ ਪਾਈ ਗਈ ਸੀ, ਉਹ ਬੋਰੀਆਂ ਦਾ ਤੇ ਦੂਜੇ ਬੋਰੀਆਂ ਦਾ ਰੰਗ ਵੱਖਰਾ ਸੀ ਥੋੜਾ ਜਿਹਾ, ਉਹ ਚਿੱਟੇ ਸੀ, ਉਹ ਥੋੜੇ ਭੂਰੇ ਸੀ। ਇਹ ਸ਼ੱਕ ਪਿਆ ਜਦੋਂ ਤਲਾਸ਼ੀ ਲਈ ਗਈ, ਉਹਦੇ ਵਿੱਚੋਂ 2700 ਕਰੋੜ ਦੀ 532 ਕਿਲੋਗ੍ਰਾਮ ਹੀਰੋ ਫੜੀ ਗਈ। ਸਭ ਤੋਂ ਵੱਡੀ ਖੇਪ ਹੁਣ ਤੱਕ ਫੜੀ ਗਈ। ਜੀ ਜੀ। ਮੈਂ ਸੋਚਦਾ ਵੀ ਚੰਗੀ ਗੱਲ ਆ, ਲੇਕਿਨ ਮੈਂ ਇਹ ਗੱਲ ਕਹੂੰਗਾ ਵੀ ਦੁਸ਼ਮਣ ਤੇ ਆਪਣੀ ਗੱਲ ਜਿਹੜੀ ਅਣਹੋਣੀ ਕਰਨੀ ਹੁੰਦੀ ਹੈ। ਅਫਗਾਨਿਸਤਾਨ ਨੇ ਪਾਕਿਸਤਾਨ ਰਾਹੀਂ ਫੀਮ ਭੇਜਣੀ ਹੈ। ਇਹ ਵੱਡੀ ਖੇਪ ਸੀ, ਕਿੱਥੇ ਕਿੱਥੇ ਜਾਣੀ ਸੀ, ਕਦੀ ਪੰਜਾਬ 'ਚ ਕੰਜ਼ਿਊਮ ਨਹੀਂ ਸੀ ਹੋਣੀ। ਇਹ ਹੋ ਸਕਦਾ ਅੱਗਾ ਕੈਨੇਡਾ ਅਮਰੀਕਾ ਵੀ ਜਾਂਦੀ ਉੱਥੋਂ। ਲੇਕਿਨ ਅਸੀਂ ਇਹ ਕਹਿੰਦੇ ਵੀ ਹੈਰੋਇਨ ਜੇ ਚੱਲ ਕੇ ਉੱਥੋਂ ਆਈ ਤਾਂ ਅਸੀਂ ਫੜ ਲਈ। ਸਾਡੀ ਡਿਊਟੀ ਬਣਦੀ ਆ, ਸਾਡੀਆਂ ਫੋਰਸਸ ਲੱਗੀਆਂ ਨੇ, ਇਹ ਕਸਟਮ ਵਾਲੇ ਬੈਠੇ ਨੇ, ਬਾਰਡਰ ਸਿਕਿਉਰਿਟੀ ਫੋਰਸ ਬੈਠੀ ਆ, ਆਰਮੀ ਬੈਠੀ ਆ, ਪੁਲਿਸ ਬੈਠੀ ਆ, ਹੋਰ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਮਿਲਦੀਆਂ। ਜੇ ਫਿਰ ਵੀ ਪਾਕਿਸਤਾਨ ਤੋਂ ਚੀਜ਼ ਆ ਜਾਂਦੀ ਹੈ ਤੇ ਮੈਂ ਸੋਚਦਾ ਫਿਰ ਮਿਲੀ ਭੁਗਤ ਤੋਂ ਬਗੈਰ ਨਹੀਂ ਆ ਸਕਦੀ। ਬਿਲਕੁਲ। ਤੇ ਜੇ ਉਹ ਆਉਂਦੀ ਹੈ, ਹੈਰੋਇਨ ਆਉਂਦੀ ਆ, ਉਹ ਪੈਦਲ ਚੱਲ ਕੇ ਨਹੀਂ ਆਉਂਦੀ, ਉਹਨੂੰ ਸਾਡੇ ਬੰਦੇ ਲੈ ਕੇ ਆਉਂਦੇ। ਅਸੀਂ ਦੋਸ਼ੀ ਹਾਂ ਤਾਂ ਤੁਸੀਂ ਇਹ ਪ੍ਰਬੰਧ ਕਰੋ ਵੀ ਸਾਡੇ ਬੰਦੇ ਜਿਹੜੇ ਜਿਉਂਦੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਦੂਸਰਾ ਕਿਹੋ ਜਿਹੀ ਗਲਤੀ ਨਾ ਕਰੇ। ਜੀ। ਸੋ ਬਿਲਕੁਲ, ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਇਸ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ, ਜਿਨ੍ਹਾਂ ਨੇ ਵਿਸਤਾਰਤ ਜਾਣਕਾਰੀ ਜਿਹੜੀ ਆ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਾਲ ਖਬਰਾਂ ਦੇ ਬਾਬਤ ਸਾਂਝੀ ਕੀਤੀ ਆ। ਸੋ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਸਮਾਂ ਇਜਾਜ਼ਤ ਨਹੀਂ ਦਿੰਦਾ, ਤੁਹਾਡੇ ਤੋਂ ਆਗਿਆ ਚਾਹਾਂਗੇ ਤੇ ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।